बिस्मिल्लाहिर्रहमानिर्रहीम अस्सलामुअलैकुम दोस्तों। ਅੱਜ ਦੀ ਵੀਡੀਓ ਵਿੱਚ ਇੱਕ ਬਹੁਤ ਅਹਿਮ ਕੇਸ ਲੈ ਕੇ ਆਏ ਹਾਂ ਤੁਹਾਡੀ ਖਿਦਮਤ ਵਿੱਚ। ਜਿਹੜਾ ਜਾਨਵਰ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਇਹਦੀ ਹਿਸਟਰੀ ਇਹ ਹੈ ਕਿ ਤਕਰੀਬਨ 20-25 ਦਿਨ ਪਹਿਲੇ ਇਸ ਜਾਨਵਰ ਨੇ ਬੱਚਾ ਦਿੱਤਾ ਹੈ। ਕਾਵਿੰਗ ਦੇ ਫੇਜ਼ ਤੋਂ ਗੁਜ਼ਰਨ ਤੋਂ ਬਾਅਦ ਇਹਦੇ ਉੱਤੇ ਬਲੱਡ ਪੈਰਾਸਾਈਟ ਦਾ ਸਵੀਅਰ ਅਟੈਕ ਆ ਗਿਆ, ਜਿੰਦੀ ਵਜ੍ਹਾ ਤੋਂ ਜਾਨਵਰ ਦੀ ਮਿਲਕ ਪ੍ਰੋਡਕਸ਼ਨ ਗਿਰ ਗਈ। ਇਸ ਦੇ ਨਾਲ ਨਾਲ ਜਾਨਵਰ ਨੂੰ ਟੈਂਪਰੇਚਰ 105-106 ਤੱਕ ਐਲੀਵੇਟ ਹੋਣਾ ਸ਼ੁਰੂ ਹੋ ਗਿਆ। ਫਾਰਮਰ ਹਾਈਪਰਥਰਮੀਆ ਸਮਝ ਕੇ ਇਹਦੇ ਬੁਖਾਰ ਦਾ ਇਲਾਜ ਕਰਦਾ ਰਿਹਾ ਹੈ, ਨਾਲ ਨਾਲ ਫਾਰਮਰ ਇਹਨੂੰ ਵਾਟਰ ਟ੍ਰੀਟਮੈਂਟ ਵੀ ਦਿੰਦਾ ਰਿਹਾ ਹੈ। ਲੇਕਿਨ ਚੂੰਕਿ ਮਸਲਾ ਬਲੱਡ ਪੈਰਾਸਾਈਟਸ ਦਾ ਸੀ, ਇਸ ਲਈ ਜਦੋਂ ਤੱਕ ਐਂਟੀ ਪ੍ਰੋਟੋਜ਼ੋਲ ਡਰੱਗਸ ਨਹੀਂ ਦਿੱਤੀਆਂ ਜਾਵਣਗੀਆਂ ਮਸਲਾ ਹੱਲ ਨਹੀਂ ਹੋਵੇਗਾ। ਜਦੋਂ ਅਸੀਂ ਇਸ ਜਾਨਵਰ ਦਾ ਕਲੀਨਿਕਲ ਐਗਜ਼ਾਮੀਨੇਸ਼ਨ ਕੀਤਾ ਤੇ ਸਾਨੂੰ ਕੁਝ ਬੜੇ ਅਹਿਮ ਕਲੀਨਿਕਲ ਸਾਈਨਸ ਨਜ਼ਰ ਆਏ, ਜਿੱਥੋਂ ਸਾਨੂੰ ਤਸ਼ਖੀਸ ਕਰਨ ਦੇ ਵਿੱਚ ਮੁਸ਼ਕਲ ਨਹੀਂ ਆਈ। ਕਲੀਨਿਕਲ ਸਾਇੰਸ ਦੇ ਵਿੱਚ ਸਭ ਤੋਂ ਪਹਿਲੇ ਅਸੀਂ ਵੇਖਿਆ ਕਿ ਜਾਨਵਰ ਦਾ ਸਕਿਨ ਕੋਟ ਕਾਫੀ ਰਫ ਹੋ ਚੁੱਕਿਆ ਹੈ, ਮਤਲਬ ਇਹ ਕਿ ਜਾਨਵਰ ਸਵੀਅਰਲੀ ਡੀਹਾਈਡਰੇਟਿਡ ਹੈ। ਇਸ ਤੋਂ ਬਾਅਦ ਅਸੀਂ ਜਦੋਂ ਉਹਦੀਆਂ ਮਿਊਕੋਜ਼ਲ ਮੈਂਬਰੇਨਸ ਨੂੰ ਵੇਖਿਆ ਕਿ ਕੰਜਕਟਾਈਵਾ ਔਰ ਵਜਾਈਨਲ ਮਿਊਕੋਜ਼ਾ ਕੰਪਲੀਟਲੀ ਪੇਲ ਹੋ ਚੁੱਕਿਆ ਹੈ, ਮਤਲਬ ਇਹ ਹੈ ਕਿ ਜਾਨਵਰ ਨੂੰ ਸਵੀਅਰਲੀ ਅਨੀਮੀਆ ਵੀ ਹੈ, ਜਾਨਵਰ ਹੈਵੀ ਬਲੱਡ ਲਾਸ ਦਾ ਸ਼ਿਕਾਰ ਹੈ। ਇਸ ਦੇ ਨਾਲ ਜਾਨਵਰ ਨੂੰ ਚਿੱਚੜ ਵੀ ਮੌਜੂਦ ਨੇ, ਨਾਲੇ ਜਿਸ ਇਨਵਾਇਰਮੈਂਟ ਵਿੱਚ ਜਾਨਵਰ ਮੌਜੂਦ ਹੈ ਉੱਥੇ ਸਫਾਈ ਸੁਥਰਾਈ ਦਾ ਇੰਨਾ ਖਿਆਲ ਵੀ ਨਹੀਂ ਰੱਖਿਆ ਜਾਂਦਾ। ਇਹ ਸਾਰੇ ਫੈਕਟਰਸ ਜਾਨਵਰ ਦੀ ਬਿਮਾਰੀ ਦਾ ਬਾਇਸ ਬਣਦੇ ਨੇ। ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਾਨਵਰ ਨੂੰ ਅੱਛਾ ਕੰਫਰਟੇਬਲ ਇਨਵਾਇਰਮੈਂਟ ਮੁਹੱਈਆ ਕਰੀਏ, ਜਿੰਦੇ ਵਿੱਚ ਜਾਨਵਰ ਸਿਹਤਮੰਦ ਵੀ ਰਵੇ ਔਰ ਫਾਰਮਰ ਵਾਸਤੇ ਪ੍ਰੋਫਿਟੇਬਲ ਵੀ ਹੋਵੇ। ਹੁਣ ਇਨਸ਼ਾਅੱਲਾ ਅਸੀਂ ਇਸ ਜਾਨਵਰ ਦਾ ਟ੍ਰੀਟਮੈਂਟ ਕਰਾਂਗੇ। ਚੂੰਕਿ ਜਾਨਵਰ ਸਵੀਅਰਲੀ ਡੀਹਾਈਡਰੇਟਿਡ ਹੈ, ਇਸ ਲਈ ਇਸ ਜਾਨਵਰ ਨੂੰ ਅਸੀਂ 3-4 ਦਿਨ ਅਗਰੈਸਿਵ ਫਲੂਇਡ ਥੈਰੇਪੀ ਕਰਾਂਗੇ ਔਰ ਇਨਸ਼ਾਅੱਲਾ ਆਫਟਰ ਰਿਕਵਰੀ ਇਸ ਜਾਨਵਰ ਦੀ ਦੁਬਾਰਾ ਵੀਡੀਓ ਵੀ ਲਗਾਵਾਂਗੇ।